ਹੈਲੋ ਦੋਸਤੋ, ਸਤਿ ਸ੍ਰੀ ਅਕਾਲ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪ ਦੇ ਆਪਣੇ ਚੈਨਲ ਤੇ। ਅੱਜ ਆਪਾਂ ਪੰਜਾਬੀ ਸਾਹਿਤ ਵਿੱਚ ਮਲਕ ਭਾਗੋ ਤੇ ਭਾਈ ਲਾਲੋ ਸਾਖੀ ਕਰਾਂਗੇ, ਜਿਹੜੀ ਆਪਣੇ ਆਉਣ ਵਾਲੇ ਪੇਪਰ ਜਿਵੇਂ 12ਵੀਂ ਜਮਾਤ, ਐਨਚਟੈਟ, ਪੀਟੈਟ, ਸੀਟੈਟ ਦੇ ਲਈ ਜ਼ਰੂਰੀ ਹੈ। ਤੁਸੀਂ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰੋ ਤਾਂ ਸਾਨੂੰ ਵੀ ਹੌਸਲਾ ਵਧੇ। ਜੇ ਤੁਹਾਨੂੰ ਕੁਝ ਸਮਝ ਨਾ ਆਵੇ ਤਾਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਨਾ ਤਾਂ ਮੈਂ ਤੁਹਾਡੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰਾਂਗੀ। ਹੁਣ ਆਪਾਂ ਦੇਰ ਨਾ ਕਰਦੇ ਹੋਏ ਭਾਈ ਵੀਰ ਸਿੰਘ ਦੀ ਇਹ ਸਾਖੀ ਕਰਦੇ ਹਾਂ। ਮਲਕ ਭਾਗੋ ਤੇ ਭਾਈ ਲਾਲੋ। ਭਾਈ ਵੀਰ ਸਿੰਘ 1872 ਤੋਂ 1957। ਬਿਆਸਾ ਨਦੀ ਦਾ ਪੱਛਮੀ ਕਿਨਾਰਾ। ਇੱਕ ਨਿੱਕੀ ਜਿਹੀ ਟਿੱਬੀ ਤੇ ਅੰਮ੍ਰਿਤ ਵੇਲਾ। ਰੱਬੀ ਜੋਤ ਧਿਆਨ ਮਗਨ ਬੈਠੀ ਹੈ। ਇੱਕ ਪ੍ਰੇਮੀ ਸੂਰਤ ਕੀਰਤਨ ਕਰ ਰਹੀ ਹੈ। ਠੰਡਾ ਸੁਹਾਵ ਅਸਮਾਨਾਂ ਤੋਂ ਵਸ ਰਿਹਾ ਹੈ। ਸ਼ਾਂਤੀ ਤੇ ਇਕਾਂਤ ਵਿੱਚ ਕੀਰਤਨ ਦੀ ਰੋਹ ਸੁਆਦ ਦਰ ਸੁਆਦ ਦੀ ਲਪਟ ਦੇ ਰਹੀ ਹੈ। ਦਿਨ ਚੜ੍ਹ ਆਇਆ, ਆਪਨੇ ਸੋਹਣੇ ਨੈਣ ਖੋਲ੍ਹੇ, ਅਰਸ਼ਾਂ ਵੱਲ ਤੇ ਫਿਰ ਦਰਿਆ ਵੱਲ ਤੇ ਫਿਰ ਚਫੇਰੇ ਤੱਕੇ। ਹਉ ਜੀਵਾ ਗੁਣ ਸਾਰ ਅੰਤਰ ਤੂੰ ਵਸੈ ਮਨ ਮਾਹ ਸਹਿਜੇ ਰਸ ਰਸੈ। ਦੀ ਮਿੱਠੀ ਸੱਦ ਆਈ, ਫਿਰ ਉੱਠ ਖੜੇ ਹੋਏ ਤੇ ਆਖਿਆ, ਮਹਾਪੁਰਖ ਏਕ ਆਵੇਗਾ, ਕੀਰਤਨ ਹੋਵੇਗਾ, ਵਸੋ ਵਸੇਗੀ ਇਹ ਕਹਿੰਦੇ ਅੱਗੇ ਟੁਰ ਪਏ। ਇਵੇਂ ਹੀ 2 ਦਿਨ ਗੁਜ਼ਾਰ, ਰਸਤੇ ਟੁਰਦੇ, ਠਹਿਰਦੇ। ਤੀਜੇ ਦਿਨ ਅੰਮ੍ਰਿਤ ਵੇਲੇ ਇੱਕ ਬੇਰੀਆਂ ਦੀ ਝੁੱਗੀ ਹੇਠ ਇੱਕ ਸੁਹਾਵੇ ਛੰਭ ਦੇ ਕਿਨਾਰੇ ਜਾ ਜੁੱਤ ਜਗਾਈ। ਕੀਰਤਨ ਹੋਇਆ, ਸੁਆਦ ਆਇਆ, ਫਿਰ ਸੋਹਣੇ ਹੇਠ ਖੁੱਲੇ ਤੇ ਵਾਕ ਹੋਇਆ। ਅਬ ਤਬ ਅਵਰ ਨ ਮਾਗੋ ਹਰ ਪਹਨਾਮ ਨਿਰੰਜਨ ਦੀਜੈ ਪਿਆਰ। ਨਾਨਕ ਚਾਕ ਅੰਮ੍ਰਿਤ ਜਲ ਮਾਗੈ ਹਰ ਜਸ ਦੀਜੈ ਕਿਰਪਾ ਤਾਰ। ਇੱਥੇ ਜੋਤਾਂ ਜਗਾ ਕੇ, ਰੰਗ ਲਾ ਕੇ ਇੱਥੋਂ ਵੀ ਇੱਕ ਦਿਨ ਉੱਠੇ ਤੇ ਟੁਰ ਪਏ। ਬਚਨ ਕੀਤਾ ਮਹਾਪੁਰਖ ਆਉਣਗੇ, ਹਰ ਕੀਰਤਨ ਦਾ ਮੰਦਰ ਤੇ ਨਗਰੀ ਵਸਾਉਣਗੇ। ਫਿਰ 2-4 ਦਿਨ ਹੋਰ ਸਫ਼ਰ ਕੀਤਾ। ਰਸਤੇ ਵਿੱਚ ਖਾਲੜੇ ਪਿੰਡ ਤੇ ਲਾਹੌਰ ਵਿੱਚ ਚੜ੍ਹਨੇ ਪਿੱਪਲ ਹੇਠ ਠਹਿਰਦੇ ਅੱਪੜ ਐਮਨਾਬਾਦ, ਜਿਸ ਦਾ ਨਾਮ ਉਦੋਂ ਸੈਦਪੁਰ ਸੰਡਾਲੀ ਸੀ। ਇੱਕ ਤਰਖਾਣ ਦੇ ਘਰ ਜਾ ਧੰਨ ਨਿਰੰਕਾਰ ਦੀ ਅਲਖ ਜਗਾਈ। ਇਹ ਤਰਖਾਣਾ ਕੰਮ ਕਰਦਾ ਸੀ। ਸਿੱਧੀ ਪੱਧਰੀ ਜਿਹੀ ਸੂਰਤ ਸੀ, ਬਾਹਰੋਂ ਖਹੁਰਾ ਦਿਸਦਾ ਸੀ। ਆਵਾਜ਼ ਸੁਣ ਕੇ ਬਾਹਰ ਆਇਆ, ਤੱਕਿਆ, ਨੈਣ ਨੀਵੇਨ ਪਾਲੇ, ਫਿਰ ਤੱਕਿਆ ਤੇ ਫਿਰ ਚਰਨਾਂ ਤੇ ਟਹਿ ਪਿਆ। ਆਪ ਬਲੇ ਲੈ ਭਾਈ ਲਾਲੋ, ਆ ਗਏ ਹਾਂ, ਟੁਰ ਪਏ ਹਾਂ ਦੇਸ ਵਿਦੇਸਾਂ ਦੀ ਤਾਰ ਕੇ। ਲਾਲ ਦੇ ਲੈਣ ਪਰ ਆਏ, ਸੀਸ ਝੁਕ ਗਿਆ, ਫਿਰ ਲੈ ਗਿਆ ਕੋਠੇ ਦੇ ਅੰਦਰ, ਨਾਲ ਦਾ ਸਾਕੀ ਹੈਰਾਏ ਪਿਆ ਹੋਵੇ। ਜੀਅ ਵਿੱਚ ਆਖੇ, ਕਿੰਨੇ ਮੋਦੀਖਾਨੇ ਦੇ ਨੌਕਰ ਅੱਗੇ ਹੱਥ ਜੋੜ ਖੜਦੇ ਸਨ। ਨਵਾਬ ਮਿਹਰਾਂ ਕਰਦਾ ਸੀ, ਘਰ ਦਾ ਸੁੱਖ ਸੀ, ਦੇਵੀ ਭੈਣ ਸੀ, ਪਤੀਬ੍ਰਤਾ ਇਸਤਰੀ ਸੇਵਾ ਕਰਦੀ ਸੀ, ਸੋ ਸਭ ਛੱਡਿਆ। ਰਸਤੇ ਵਿੱਚ ਜਿੱਥੇ ਠਹਿਰੇ ਹੱਥੀਂ ਛਾਵਾਂ ਹੋਈਆਂ। ਅੱਜ ਕਿੱਥੇ ਗਏ ਹਨ ਕਿੱਲੇ ਘੜਨ ਵਾਲੇ ਦੇ ਘਰ। ਨਾ ਮੰਜਾ, ਨਾ ਪੀੜੀ, ਨਾ ਦਰੀ। ਇੰਨੇ ਨੂੰ ਲਾਲੋ ਨੇ ਬਾਹਰੋਂ ਜਾ ਕੇ ਇੱਕ ਪਲੰਗੀਰੀ ਜਿਹੀ ਲੈ ਆਂਦੀ ਤੇ ਸ੍ਰੀ ਗੁਰੂ ਜੀ ਨੂੰ ਉਸ ਪਰ ਬਿਠਾਇਆ। ਕਿੰਨਾ ਚਿਰ ਦੁਵੱਲੀ ਕੋਈ ਗੱਲਬਾਤ ਨਹੀਂ ਹੋਈ। ਫਿਰ ਲਾਲੋ ਨੇ ਬਾਹਰ ਇੱਕ ਕਲਵੰਜੇ ਚੌਂਕੇ ਵਿੱਚ ਰਸੋਈ ਕੀਤੀ। ਇੱਧਰ ਮਰਦਾਨੇ ਨੇ ਪੁੱਛਿਆ, ਹੇ ਦਾਤਾ ਜੀ, ਇਹ ਕੌਣ ਪੁਰਖ ਹੈ ਜਿਸ ਦੇ ਘਰ ਆਪ ਚੱਲ ਕੇ ਆਏ ਹੋ? ਘਰ ਛੱਡ ਸ਼ਹਿਰ ਤੋਂ ਪਰੇ ਪਰੇ ਰਹਿੰਦੇ ਕਿੱਥੇ ਆਪ ਆਚਰਨ ਪਾਏ ਨੇ? ਆਪ ਹੱਸ ਕੇ ਬੋਲੇ, ਅਸੀਂ ਭਗਤੀ ਦੇ ਘਰ ਆਏ ਹਾਂ ਮਰਦਾਨਿਆ। ਧਰਮ ਕਿਰਤ ਦੇ ਘਰ ਆਏ ਹਾਂ, ਜਿੱਥੇ ਕਿਰਤ ਹੈ ਧਰਮ ਦੀ, ਪਰ ਨਾਲ ਹੀ ਮਨ ਚਾਨਣੇ ਵਿੱਚ ਹੈ, ਸੋਝੀ ਵਿੱਚ ਹੈ। ਇੰਨੇ ਨੂੰ ਭੋਜਨ ਤਿਆਰ ਹੋ ਗਿਆ। ਲਾਲੋ ਨੇ ਆ ਕੇ ਕਿਹਾ, ਚੌਂਕੇ ਵਿੱਚ ਚੱਲੋ ਤੇ ਭੋਜਨ ਪਾਓ। ਸ੍ਰੀ ਗੁਰੂ ਜੀ ਨੇ ਆਖਿਆ, ਲਾਲੋ, ਸਾਰੀ ਧਰਤੀ ਚੌਂਕਾ ਹੈ ਤੇ ਸੱਚ ਵਿੱਚ ਰਤਿਆਨ ਸਾਰੀ ਸੁੱਚ ਹੋ ਜਾਂਦੀ ਹੈ। ਤੂੰ ਭੋਜਨ ਇੱਥੇ ਹੀ ਲਿਆ ਜਾਂ। ਲਾਲੋ ਕੋਦਰੇ ਦੀ ਰੋਟੀ ਤੇ ਸਾਗ ਲੈ ਆਇਆ ਤਾਂ ਮਰਦਾਨਾ ਜੀ ਵਿੱਚ ਆਖੇ, ਕਿੱਥੇ ਆ ਗਏ, ਇਹ ਸੁੱਕੀ ਰੋਟੀ ਤੇ ਮੇਰਾ ਸੰਗ। ਪਰ ਚੰਗਾ, ਜੋ ਗੁਰੂ ਨੂੰ ਭਾਵੇ ਸੋ ਪਰਵਾਨ। ਖਾ ਮਨਾ, ਖਾ ਤੇ ਖੁਸ਼ ਹੋ ਕੇ ਖਾ। ਇਹ ਵਿਚਾਰ ਕੇ ਰੋਟੀ ਖਾਦੀ, ਉਸ ਦਾ ਅੰਮ੍ਰਿਤ ਦਾ ਸਵਾਦ ਆਇਆ। ਜਦ ਸਤਿਗੁਰਾਂ ਨੇ ਵੀ ਪ੍ਰਸ਼ਾਦ ਛਕ ਲਿਆ ਤਾਂ ਲਾਲੋ ਨੇ ਚਰਨਾਂ ਤੇ ਮੱਥਾ ਟੇਕਿਆ। ਸਤਿਗੁਰ ਨੇ ਮਿਹਰ ਕੀਤੀ ਕਿ ਲਾਲੋ ਦੀ ਭਗਤੀ ਤੇ ਸਾਧਨਾ ਵਾਲੀ ਬਿਰਤੀ ਅਡੋਲ ਆਤਮ ਰਸ ਵਿੱਚ ਭਿੱਜ ਗਈ। 2-3 ਦਿਨ ਇਸੇ ਘਰ ਵਿੱਚ ਰਹੇ ਕੇ ਫਿਰ ਤੁਰਨ ਲੱਗੇ, ਪਰ ਲਾਲੋ ਨੇ ਨੈਣ ਭਰ ਕੇ ਬੇਨਤੀ ਕੀਤੀ ਕਿ ਕੁਝ ਦਿਨ ਹੋਰ ਠਹਿਰੋ, ਜੋ ਮਿਹਰ ਕੀਤੀ ਨੇ ਇਸ ਨੂੰ ਹੋਰ ਵਧਾਓ ਤੇ ਹੋਰ ਤਰ ਉਠੋ। ਉਸ ਦੀ ਪ੍ਰੇਮ ਭਾਵਨਾ ਪਰ ਪ੍ਰਸੰਨ ਹੋ ਕੇ ਆਪ ਹੋਰ ਸਮਾਂ ਉੱਥੇ ਠਹਿਰ ਪਏ। ਰਾਤ ਲਾਲੋ ਦੇ ਕੋਠੇ ਆ ਜਾਣਾ ਤੇ ਸਵੇਰੇ ਬਾਹਰ ਚਲੇ ਜਾਣਾ ਤੇ ਸਾਰਾ ਦਿਨ ਰੋਣਾ ਜਾਂ ਰੇਤੇ ਦੇ ਥੜਿਆਂ ਤੇ ਕਿਸੇ ਰੰਗ ਵਿੱਚ ਮਗਨ ਬੈਠੇ ਰਹਿਣਾ। ਥੋੜੇ ਦਿਨਾਂ ਮਗਰੋਂ ਮਰਦਾਨਾ ਤਾਂ ਕਰਦਿਆਂ ਦੀ ਖਬਰਾਂ ਸੁਰਤ ਲੈਣ ਤਲਵੰਡੀ ਨੂੰ ਚਲਾ ਗਿਆ, ਪਰ ਸ੍ਰੀ ਗੁਰੂ ਜੀ ਉੱਥੇ ਹੀ ਰਹੇ ਇੰਨੇ ਚਿਰ ਤੱਕ। ਨਗਰ ਵਿੱਚ ਇਹ ਗੱਲ ਪ੍ਰਸਿੱਧ ਹੋ ਗਈ ਕਿ ਤਲਵੰਡੀ ਦਾ ਵੇਦੀ ਕੁਲ ਦਾ ਇੱਕ ਖੱਤਰੀ ਲਾਲੋ ਸ਼ੂਦਰ ਦੇ ਘਰ ਰਹਿੰਦਾ ਹੈ, ਔਰ ਉਸ ਦੇ ਹੱਥ ਦੀ ਰੋਟੀ ਖਾਂਦਾ ਹੈ ਤੇ ਇੱਕ ਮਿਰਾਸੀ ਵੀ ਨਾਲ ਹੀ ਰਹਿੰਦਾ ਹੈ। ਮਰਦਾਨਾ ਕਦੀ ਕਿਸੇ ਕੰਮ ਸ਼ਹਿਰ ਜਾਵੇ ਤਾਂ ਲੋਕੀ ਉਸ ਨੂੰ ਕੁਰਾਹੀਏ ਦਾ ਡੂਮ ਜਾਂ ਮਰਾਸੀ ਆਖਿਆ ਕਰਨ। ਇਹ ਖੁਣਸ ਹੋਰ ਪੀ ਵਧੀ, ਜਦੋਂ ਕਿ 2-4 ਬ੍ਰਾਹਮਣ ਗੁਰੂ ਜੀ ਨੂੰ ਸਮਝਾਉਣ ਗਏ ਤਾਂ ਉਹਨਾਂ ਨਾਲ ਵਾਕ ਕਰਕੇ ਨਿਰੁੱਤਰ ਹੋ ਕੇ ਮੁੜੇ। ਪਰੰਤੂ ਕਈ ਹਿੰਦੂ
ਮੁਸਲਮਾਨ ਕੀਰਤਨ ਤੇ ਬਚਨ ਸੁਣ ਕੇ ਸ਼ਰਧਾਵਾਨ ਪੀ ਹੋ ਗਏ। ਇੱਥੇ ਗੁਰੂ ਜੀ ਨਾਨਕ ਤਪਾ ਕਰਕੇ ਪ੍ਰਸਿੱਧ ਹੋਏ। ਮੁਸਲਮਾਨ ਕਈ ਨਾਨਕ ਸ਼ਾਹ ਕਰਕੇ ਕਥ ਕਰਦੇ ਸਨ। ਇਉਂ ਦੂਰ ਨੇੜੇ ਦੇ ਗਿਰਾਵਾਂ ਦੇ ਲੋਕਾਂ ਦਾ ਆਉਣਾ ਸਤਸੰਗ ਕਰਨਾ ਤੇ ਸਿੱਖਿਆ ਲੈ ਕੇ ਜੀਵਨ ਸੁਧਾਰਨਾ ਸ਼ੁਰੂ ਹੋ ਗਿਆ। ਬ੍ਰਾਹਮਣਾਂ ਮੁਲਾਣਿਆਂ ਨੂੰ ਹੁਣ ਖੁਣਸ ਉੱਠ ਖਲੋਤੀ ਕਿ ਇਹ ਤਾਂ ਇੱਥੇ ਹੀ ਡੇਰਾ ਲਾ ਬੈਠਾ ਹੈ ਤੇ ਲੋਕੀ ਸ਼ਰਧਾਵਾਨ ਹੁੰਦੇ ਜਾਂਦੇ ਹਨ, ਸਾਡੇ ਵੱਲੋਂ ਲੋਕੀ ਕਿਤੇ ਉਪਰਾਮ ਨਾ ਹੋ ਜਾਣ। ਸੋ ਉਨ੍ਹਾਂ ਨੇ ਉਸ ਥਾਂ ਦੇ ਨਵਾਬ ਤੇ ਉਸ ਦੇ ਕਾਰਦਾਰ ਮਲਕ ਭਾਗੋ ਖੱਤਰੀ ਨੂੰ ਚੁਗਲਿਆਂ ਨਾਲ ਚਾਉਣਾ ਆਰੰਭ ਦਿੱਤਾ। ਸਤਿਗੁਰੂ ਜੀ ਨੂੰ ਉਠਾਉਣ ਲਈ ਚੋਰੀ ਛੱਪੀ ਆਦਮੀ ਪੀ ਘੱਲੇ, ਪਰ ਉਨ੍ਹਾਂ ਦੀ ਦਿব্ਯ ਮੂਰਤੀ ਤੇ ਪ੍ਰਭਾਵ ਭਰੇ ਸਰੂਪ ਦੇ ਅੱਗੇ ਕਿਸੇ ਦਾ ਹਿਆ ਨਾ ਪਿਆ। ਬੇਅਦਬੀ ਦੇ ਵਾਕ ਤੱਕ ਮੂਰ ਉਚਾਰਨ ਅੰਤ ਮਲਕ ਭਾਗੋ ਦੇ ਘਰ ਕੋਈ ਸਮਾਗਮ ਦਾ ਦਿਨ ਆ ਗਿਆ ਤੇ ਉਸਨੇ ਸਾਰੇ ਸਾਧੂਆਂ ਬ੍ਰਾਹਮਣਾਂ ਦਾ ਬ੍ਰਾਹਮ ਭੋਜ ਕੀਤਾ ਤੇ ਭੀ ਨਿਉਤਾ ਘੱਲਿਆ, ਪਰ ਇਹ ਬ੍ਰਾਹਮ ਭੋਜ ਤੇ ਗੁਰੂ ਜੀ ਨਾ ਗਏ। ਬ੍ਰਾਹਮਣਾਂ ਨੂੰ ਮੌਕਾ ਹੱਥ ਲੱਗੇ ਮਲਕ ਨੂੰ ਚੁੱਕਣ ਚਾਉਣ ਕਿ ਦੇਖੋ ਨਾਨਕ ਤਪਾ ਕਿਹੜਾ ਹੰਕਾਰੀ ਹੈ, ਤੁਹਾਡੇ ਬ੍ਰਾਹਮ ਭੋਜ ਤੇ ਨਿਉਂਦਾ ਨਹੀਂ ਮੰਨਦਾ। ਕਿਹੜਾ ਹੰਕਾਰੀ ਹੈ ਤੇ ਕੁਰੀਤੀ ਦਾ ਪ੍ਰਚਾਰ ਕਰ ਰਿਹਾ ਹੈ। ਭਾਗੋ ਨੇ ਜਦ ਤਸੱਲੀ ਕਰ ਲਈ ਕਿ ਨਿਉਤਾ ਗਿਆ ਸੀ ਤੇ ਨਹੀਂ ਆਇਆ ਤਾਂ ਪਰੇ ਪੀਤੇ ਨੇ ਗੁਰੂ ਜੀ ਨੂੰ ਸਦਵਾਨ ਘੱਲਿਆ। ਹੁਣ ਵੀ ਇੱਕ ਬ੍ਰਾਹਮਣ ਹੀ ਸੱਦਣ ਵਾਸਤੇ ਗਿਆ, ਪਰ ਸ੍ਰੀ ਗੁਰੂ ਜੀ ਨੇ ਉਸ ਦਾ ਸੰਦੇਸ਼ਾ ਸੁਣ ਕੇ ਕਿਹਾ, ਅਸੀਂ ਫਕੀਰ ਲੋਕ ਹਾਂ, ਸਾਡਾ ਪਾਤਸ਼ਾਹਾਂ ਨਾਲ ਕੀ ਕੰਮ। ਇਹ ਸੁਣ ਕੇ ਬ੍ਰਾਹਮਣ ਨੇ ਹੋਰ ਜਾ ਮਲਕ ਨੂੰ ਸਿੱਖਿਆ ਕਿ ਦੇਖੋ ਹੁਣ ਭੀ ਆਕੜ ਵਿੱਚ ਹੈ, ਤੁਹਾਡੇ ਸੱਦੇ ਤੇ ਭੀ ਨਹੀਂ ਆਇਆ। ਮੈਂ ਬਥੇਰਾ ਸਮਝਾਇਆ, ਅੱਗੋਂ ਕਹਿੰਦਾ ਹੈ ਕਿ ਸਾਨੂੰ ਮਲਕ ਨਾਲ ਕੋਈ ਕੰਮ ਨਹੀਂ ਹੈ। ਇੱਧਰ ਸਤਿਗੁਰੂ ਜੀ ਇਹ ਕਹਿ ਕੇ ਬਾਹਰ ਉਦਿਆਨ ਨੂੰ ਚਲੇ ਗਏ ਸਨ। ਪਿੱਛੇ ਭਾਈ ਲਾਲੋ ਦੇ ਘਰ ਥੋੜੇ ਜਿਹੇ ਪਿਆਰ ਵਾਲੇ ਸੱਜਣਾਂ ਦਾ ਇਕੱਠ ਹੋਇਆ ਕਿ ਇਹ ਗੱਲ ਭਲੀ ਨਾ ਹੋਈ ਜੋ ਸਤਿਗੁਰੂ ਨਾਲ ਹਾਕਮਾਂ ਦੀ ਛਿੜ ਪਈ। ਇਹ ਲੋਕ ਅੰਨੇ ਹੁੰਦੇ ਹਨ, ਰੱਬੀ ਰੰਗ ਦੀ ਸੋਝੀ ਤੋਂ ਕੋਰੇ, ਰਾਜਮਦ ਵਿੱਚ ਮਾਸ ਇਹ ਕਾਰਨ ਜ਼ੁਲਮ ਕਰ ਦਿੰਦੇ ਹਨ। ਕਿਤੇ ਮਲਕ ਇਸ ਨੂਰ ਇਲਾਹੀ ਤੇ ਰੱਬੀ ਜੋਤ ਨੂੰ ਕੋਈ ਤਸੀਹਾ ਨਾ ਦੇ ਦੇਵੇ। ਇਹਨਾਂ ਸੋਚਾਂ ਵਿੱਚ ਨਿੱਕੇ ਨਵੇਂ ਜਾਗੇ ਦਿਲਾਂ ਵਿੱਚੋਂ ਪਿਆਰ ਦੀ ਡੂੰਘੀ ਚਰਨਾਟ ਛਿੜੀ। ਕਈ ਇੱਕ ਉਪਾਅ ਸੋਚੇ ਪਰ ਨੇਪਰੇ ਨਾ ਚੜ੍ਹਦੇ ਦਿਸੇ। ਸੰਜਾ ਨੂੰ ਜਦ ਸ੍ਰੀ ਗੁਰੂ ਜੀ ਘਰ ਆਏ ਤੇ ਗੱਲਬਾਤ ਸੁਣੀ ਤਾਂ ਬੋਲੇ, ਕੋਈ ਫਿਕਰ ਨਾ ਕਰੋ, ਉਹ ਨਿਰੰਕਾਰ ਜਿਸ ਦੇ ਅਸੀਂ ਹਾਂ, ਆਪ ਸਭ ਕੁਝ ਕਰੇਗਾ। ਨਾਮ ਜਪੋ, ਨਿਰਭਉ ਦੇ ਰੰਗ ਵਿੱਚ ਰਤੇ ਰਹੋ। ਇਸ ਤਰ੍ਹਾਂ ਦੇ ਵਾਕ ਆਪ ਆਖਦੇ ਸਨ ਤੇ ਨੂਰਾਨੀ ਚਿਹਰਾ ਚਮਕਦਾ ਸੀ। ਉਧਰ ਨਿਰਾਸ਼ ਦਿਲਾਂ ਵਿੱਚ ਭਰੋਸਾ ਬਚਦਾ ਸੀ। ਅਗਲੇ ਦਿਨ ਮਲਕ ਭਾਗੋ ਦੇ ਘੱਲੇ ਹੋਏ 5 ਸਰਕਾਰੀ ਆਦਮੀ ਆਏ ਕਿ ਕਾਰਦਾਰ ਸਾਹਿਬ ਨੇ ਹੁਕਮ ਦਿੱਤਾ ਹੈ ਕਿ ਆਪ ਉਹਨਾਂ ਪਾਸ ਕਚਹਿਰੀ ਹਾਜ਼ਰ ਹੋਵੋ ਤੇ ਜੇ ਨਾ ਕਰੋ ਤਾਂ ਅਸੀਂ ਮੱਲੀ ਲੈ ਚੱਲਣ ਲਈ ਆਖੇ ਗਏ ਹਾਂ। ਸ੍ਰੀ ਗੁਰੂ ਜੀ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ, ਚੰਗਾ ਭਾਈ, ਅਸੀਂ ਚੱਲਦੇ ਹਾਂ, ਜੇ ਸਾਈਂ ਨੇ ਇਉਂ ਹੀ ਆਪਣਾ ਕੰਮ ਸਾਰਨਾ ਹੈ ਤਾਂ ਇਉਂ ਹੀ ਸਹੀ। ਇਹ ਕਹਿ ਕੇ ਸਹਿਜੇ ਟੁਰ ਪਏ। ਪ੍ਰੇਮ ਡੋਰ ਦਾ ਬੱਦਾ ਲਾਲੋ ਪਿੱਛੇ ਟੁਰੀ ਗਿਆ। ਹੋਰ ਵੀ 2-4 ਪਿਆਰ ਵਾਲੇ ਸੱਜਣਾਂ ਨੂੰ ਪਤਾ ਲੱਗਾ ਤਾਂ ਉਹ ਵੀ ਕਚਹਿਰੀ ਪਹੁੰਚ ਗਏ। ਕੁਝ ਤਮਾਸ਼ਬੀਨ ਵੀ ਜਾ ਆਪਣੇ। ਅੱਗੇ ਸਭਾ ਲੱਗੀ ਹੋਈ ਸੀ, ਮਲਕ ਭਾਗੋ ਬੈਠਾ ਸੀ। ਸ੍ਰੀ ਗੁਰੂ ਜੀ ਨੂੰ ਅੰਦਰ ਲੈ ਗਏ। ਸਤਿਗੁਰੂ ਜੀ ਜਿਵੇਂ ਗਏ ਸੇ ਚੁੱਪ ਖੜੇ ਹੋ ਰਹੇ। ਮਲਕ ਨੇ ਤੱਕ ਕੇ ਦਿਲ ਵਿੱਚ ਇੱਕ ਪਤਲਾ ਜਿਹਾ ਕਾਂਬਾ ਖਾਦਾ, ਕੁਝ ਕਹਿਣ ਲੱਗਾ ਤਾਂ ਜੀਭ ਰੁਕ ਗਈ। ਤਦ ਸ੍ਰੀ ਗੁਰੂ ਜੀ ਬੋਲੇ, ਹੇ ਮਲਕ, ਕਿਸ ਕਾਜ ਸਦਵਾਇਆ ਹੈ, ਫਕੀਰਾਂ ਨਾਲ ਕੀ ਕੰਮ ਹੈ। ਮਲਕ ਨੇ ਥਿੜਲਕ ਕਿਹਾ, ਆਪ ਨੂੰ ਸਾਧੂ ਜਾਣ ਕੇ ਬ੍ਰਾਹਮ ਭੋਜ ਤੇ ਬੁਲਾਇਆ ਸੀ। ਬ੍ਰਾਹਮ ਭੇਜ ਵਿੱਚ ਕੀ ਦੋਸ਼ ਸੀ ਕਿ ਨਹੀਂ ਆਏ ਹੋ। ਗੁਰੂ ਜੀ ਅਸੀਂ ਫਕੀਰ ਹਾਂ, ਸਾਈਂ ਜਿੱਥੇ ਜਿਹੀ ਦਿੰਦਾ ਹੈ ਖਾ ਲੈਂਦੇ ਹਾਂ। ਮਲਕ ਫਿਰ ਮੇਰੇ ਘਰ ਖਾਣ ਦਾ ਕੀ ਦੋਸ਼ ਸੀ। ਗੁਰੂ ਜੀ ਤੇਰੇ ਘਰ ਅਨੇਕਾਂ ਖਾ ਗਏ, ਇੱਕ ਨਾ ਖਾ ਗਿਆ ਤਾਂ ਕੀ। ਮਲਕ ਜਦ ਸਭ ਬ੍ਰਾਹਮਣ, ਖੱਤਰੀ, ਸਾਧੂ ਮਹਾਤਮਾ ਖਾਣ ਤੇ ਇੱਕ ਸਾਧੂ ਆਕੜੇ ਤੇ ਕਹੇ, ਮੈਂ ਨਹੀਂ ਖਾਂਦਾ, ਇਹ ਹੱਦ ਤੱਕ ਕਰਨੀ ਹੈ। ਗੁਰੂ ਜੀ ਫਕੀਰ ਕਿਸੇ ਦੇ ਅਪਮਾਨ ਵਿੱਚ ਨਹੀਂ ਹੁੰਦਾ। ਦਾਨੀ ਦਾਨ ਕਰਦਾ ਹੈ ਕਰੇ, ਲੈਣ ਵਾਲਾ ਲਵੇ, ਨਾ ਲੈਣ ਵਾਲਾ ਦੰਡਯੋਗ ਕਿਉਂ। ਮਲਕ ਚੁੱਪ ਹੋ ਗਿਆ, ਫਿਰ ਹੱਸਿਆ ਤੇ ਕਹਿਣ ਲੱਗਾ, ਤੂੰ ਖੱਤਰੀ ਹੋ ਕੇ, ਵੇਦੀ ਹੋ ਕੇ, ਸੂਦਰਾਂ ਦੇ ਘਰ ਖਾਵੇ, ਡੂਮਾ ਮਿਰਾਸੀਆਂ ਨੂੰ ਪਾਸ ਬਹਾਵੇ, ਉੱਚ ਜਾਤੀ ਨਿਰਤਨਾਂਸੀ ਸ਼ੂਦਰਾਂ ਨਾਲ ਇੱਕ ਪੰਗਤ ਲੁਆ ਕੇ ਖਵਾਵੇ ਤੇ ਧਰਮ ਦੀ ਰਹੋ ਰੀਤ ਤੋੜੇਨ ਤੇ ਉੱਚ ਜਾਤੀ ਖੱਤਰੀਆਂ ਦੇ ਘਰ ਨਿਉਂਤਿਆਨ ਪੀ ਨਾ ਆਵੇ, ਇਹ ਕੀ ਫਕੀਰੀ ਹੈ। ਤਦ ਸ੍ਰੀ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ, ਚੰਗਾ ਫਿਰ ਮਲਕ ਜੀ, ਇੱਕ ਪੂੜਾ ਆਪਣੇ ਬ੍ਰਾਹਮ ਭੋਜ ਦਾ ਮੰਗਵਾਓ। ਉਧਰ ਇੱਕ ਆਦਮੀ ਪੂੜਾ ਲੈਣ ਗਿਆ। ਇਧਰ ਲਾਲੋ ਨੂੰ ਕਿਹਾ, ਤੂੰ ਵੀ ਆਪਣਾ ਸੁੱਕਾ ਟੁੱਕਰ ਕੋਦਰੇ ਦਾ ਲੈ ਆਓ। ਜਾਂ ਦੋਵੇਂ ਆ ਗਏ ਤਾਂ ਗੁਰੂ ਜੀ ਨੇ ਇੱਕ ਹੱਥ ਪੂੜਾ ਲਿੱਤਾ ਤੇ ਇੱਕ ਹੱਥ ਕੋਦਰੇ ਦਾ ਟੁੱਕਰ। ਬਾਹਾਂ ਲੰਮੀਆਂ ਕਰਕੇ ਦੋਹਾਂ ਨੂੰ ਕੱਟਿਆ ਤਾਂ ਪੂੜੇ ਵਿੱਚੋਂ ਲਹੂ ਦੇ ਟੇਪੇ ਡਿੱਗਣੇ ਸ਼ੁਰੂ ਹੋ ਗਏ ਤੇ ਕੋਦਰੇ ਵਿੱਚੋਂ ਦੁੱਧ ਦੇ। ਗੁਰੂ ਜੀ ਚੁੱਪ ਤੇ ਅਹਿਲ ਇਸੇ ਤਰ੍ਹਾਂ ਖੜੇ ਰਹੇ ਤੇ ਲਾਲੋ ਤੇ ਸਾਰੇ ਲੋਕ ਤੱਕਦੇ ਰਹੇ। ਭਾਗੋ ਅਚੰਬਤ ਰਹਿ ਗਿਆ, ਸ਼ਰਮ ਆਈ, ਗੁੱਸਾ ਆਇਆ, ਖਿੱਚ ਚੜੀ, ਪਰ ਫਿਰ ਚਿਹਰਾ ਫਿੱਕਾ ਪੈ ਗਿਆ। ਗੁਰੂ ਜੀ ਕਿੱਕਰ ਦੇ ਬੀਜ ਨੂੰ ਕੰਡੇ ਨਹੀਂ ਹੁੰਦੇ, ਪਰ ਜਦ ਬੀਜ ਦਿਓ, ਬੂਟਾ ਉੱਗ ਪਵੇ ਤਾਂ ਕੰਡੇ ਸੂਲਾ ਆਪੇ ਨਿਕਲ ਪੈਂਦੇ ਹਨ।
ਅਧਰਮ ਦਾ ਇਕੱਠਾ ਕੀਤਾ ਪੈਸਾ ਤੇ ਉਸ ਤੋਂ ਬਣੇ ਪਦਾਰਥ ਕਿਵੇਂ ਵੀ ਦੁਖਦਾਈ ਨਹੀਂ ਪਾਸਦੇ, ਪਰ ਜਦ ਨਿਰਮਲ ਹਿਰਦਿਆਂ ਵਾਲੇ ਖਾਂਦੇ ਹਨ ਤਾਂ ਪੀੜਤ ਹੁੰਦੇ ਹਨ, ਧਰਮ ਦੇ ਕੰਡੇ ਚੁਭਦੇ ਹਨ। ਕਿਸ ਦਾ ਜੀ ਕਰਦਾ ਹੈ ਕਿ ਮਾਲ ਪੂੜੇ ਤੇ ਖੀਰ ਨਾ ਖਾਵੇ ਤੇ ਕੁਦਰਾ ਖਾਵੇ, ਪਰ ਕਿਸ ਦਾ, ਜਿਸ ਨੂੰ ਖਬਰ ਹੈ, ਜੀ ਕਰਦਾ ਹੈ ਕਿ ਖੰਡ ਵਿੱਚ ਲਪੇਟਿਆ ਮਹੁਰਾ ਖਾਵੇ। ਐਸ਼ਵਰਜ, ਪ੍ਰਤਾਪ, ਹੁਕਮ, ਪਦਾਰਥ, ਧਨ ਧਾਮ ਜੇ ਧਰਮ ਦੀ ਕਮਾਈ ਨਹੀਂ ਤਾਂ ਕਿਸ ਕੰਮ। ਗਰੀਬੀ, ਕੰਗਾਲਤਾਈ, ਮਡਲੀ ਦੀ ਹੈ ਕਿ ਕੁਦਰੇ ਦੀ, ਪਰ ਜਿਹੀ ਹੈ ਹੱਕ ਹਲਾਲ ਦੀ ਹੈ ਤਾਂ ਮਨ ਸ਼ਾਂਤ ਤੇ ਅਚਿੰਤ ਹੈ। ਇਹੀ ਮਨ ਜੇ ਸ਼ੁਕਰ ਵਿੱਚ ਹੈ ਤਾਂ ਜਾਗਿਆ ਮਨ ਹੈ। ਹਾਂ, ਦਿਲ ਵਿੱਚ ਸਾਈਂ ਤੇ ਹੱਥ ਵਿੱਚ ਕਿਰਤ, ਐਸੀ ਕਮਾਈ ਦੀ ਰੋਟੀ ਬ੍ਰਹਮ ਭੋਜ ਹੈ। ਇਉਂ ਕਹਿੰਦੇ ਸਤਿਗੁਰੂ ਜੀ ਬਾਹਰ ਆ ਗਏ। ਮਲਕ ਦਾ ਹਿਆ ਨਾ ਪਿਆ ਕਿ ਕੁਝ ਕਹੇ। ਸਭਾ ਵਿੱਚ ਇਹ ਤਮਾਸ਼ਾ ਦੇਖ ਕੇ ਸਾਰੇ ਦੰਗ ਸਨ। ਅਨੇਕਾਂ ਜੀਆਂ ਵਿੱਚ ਗੁਰੂ ਜੀ ਦੇ ਕਲਾਵਾਨ ਤੇ ਕਰਨੀ ਵਾਲੇ ਹੋਣ ਦਾ ਨਿਸ਼ਚਾ ਬਹਿ ਗਿਆ। ਸੈਦਪੁਰ ਦੇ ਨਵਾਬ ਦਾ ਪੁੱਤਰ ਬਿਮਾਰ ਹੋ ਗਿਆ। ਇੱਕ ਦਿਨ ਮਲਕ ਭਾਗੋ ਸੁਰਤ ਲੈਣ ਗਿਆ ਤਾਂ ਉਹ ਅੱਗੇ ਬੜਾ ਉਦਾਸ ਸੀ। ਵੈਦ ਹਕੀਮ ਆਸ ਲਾਹ ਬੈਠੇ ਸੀ। ਭਾਗੋ ਨੇ ਇਹ ਨਿਰਾਸਤਾ ਤੱਕ ਕੇ ਆਖਿਆ, ਨਵਾਬ ਸਾਹਿਬ, ਐਸੇ ਸਮੇਂ ਫਕੀਰਾਂ ਦੀ ਮਿਹਰ ਨਾਲ ਕਈ ਵੇਰ ਸੰਵਰੇ ਹਨ। ਕੋਈ ਕਾਮਲ ਫਕੀਰ ਜੇ ਮਿਲੇ ਤਾਂ ਉਸ ਦੀ ਸ਼ਕਤੀ ਨਾਲ ਆਰਾਮ ਆ ਸਕਦਾ ਹੈ। ਨਵਾਬ ਨੇ ਕਿਹਾ, ਕਾਮਲ ਫਕੀਰ ਕਿੱਥੋਂ ਲੱਭਾਂ? ਤਾਂ ਉਸਨੇ ਕਿਹਾ, 50-10 ਫਕੀਰਾਂ ਦੇ ਨਾਮ ਤਾਂ ਮੈਂ ਦੱਸਦਾ ਹਾਂ, ਸਭਨਾਂ ਨੂੰ ਪਕੜ ਮੰਗਾਓ ਤੇ ਬੰਦੀ ਵਿੱਚ ਰੱਖੋ, ਜਿੰਨੇ ਚਿਰ ਰਾਜ਼ੀ ਨਾ ਕਰ ਦੇਣ ਛੱਡੋ ਨਾ। ਸੋ ਵਿੱਚ ਜੋ ਕੋਈ ਕਾਮਲ ਹੋਇਆ ਤਾਂ ਆਪੇ ਨਿਤਰ ਪਵੇਗਾ, ਨਹੀਂ ਤਾਂ ਰਈਅਤ ਇਹਨਾਂ ਤੋਂ ਛੁਟਕਾਰਾ ਪਾਵੇਗੀ। ਨਵਾਬ ਨੇ ਇਹ ਸੁਣ ਕੇ ਆਗਿਆ ਦਿੱਤੀ ਕਿ ਸਾਰਿਆਂ ਨੂੰ ਬੁਲਵਾਓ। ਭਾਗੋ ਨੇ ਜੋ ਫਤਿਹਰਿਸਤ ਨਾਵਾਂ ਦੀ ਲਿਖ ਕੇ ਦਿੱਤੀ ਉਸ ਵਿੱਚ ਗੁਰੂ ਨਾਨਕ ਤੇ ਮਰਦਾਨੇ ਦਾ ਨਾਮ ਵੀ ਲਿਖ ਦਿੱਤਾ। ਥੋੜੀ ਦੇਰ ਪਿੱਛੋਂ ਅਹਿਦੀਏ ਟੁਰ ਪਏ ਤੇ 10-5 ਸਾਧੂ ਨਵਾਬ ਦੇ ਡੇਰੇ ਲੈ ਆਏ। ਸ੍ਰੀ ਗੁਰੂ ਜੀ ਬਾਹਰ ਰੋੜੀ ਵਾਲੇ ਥਾਂ ਬੈਠੇ ਸੋ ਉਸ ਥਾਂ ਤੋਂ ਸਤਿਗੁਰ ਵੀ ਸੱਦ ਲਿਆਂਦੇ। ਲਾਲੋ ਸੁਣ ਕੇ ਨੱਠਾ ਤੇ ਸ੍ਰੀ ਜਗਤ ਦੇ ਚਾਨਣ ਜੀ ਨੂੰ ਬੰਦੀ ਵਿੱਚ ਬੈਠਾ ਵੇਖ ਕੇ ਰੋਪਿਆ। ਹੇ ਜਗਤ, ਤੇਰਾ ਅੰਧਕਾਰ, ਤੂੰ ਕਦੇ ਵੀ ਆਪਣੇ ਸੁਖਦਾਤਿਆਂ ਨੂੰ ਨਾ ਸਮਝਿਆ, ਕਦੇ ਵੀ ਉਹਨਾਂ ਦਾ ਸਤਿਕਾਰ ਨਾ ਕੀਤਾ ਤੇ ਕਦੇ ਵੀ ਉਹਨਾਂ ਨੂੰ ਦੁੱਖ ਦੇਣੋਂ ਨਾ ਟਲਿਆ। ਪਰ ਸ੍ਰੀ ਗੁਰੂ ਜੀ ਨੇ ਲਾਲੋ ਨੂੰ ਸੈਨਤ ਕੀਤੀ, ਲਾਲੋ ਸਾਵਧਾਨ ਹੋ, ਵਾਹਿਗੁਰੂ ਜੀ ਦਾ ਚੋਜ ਹੈ। ਇੰਨੇ ਨੂੰ ਨਵਾਬ ਆ ਗਿਆ ਤੇ ਆਖਣ ਲੱਗਾ, ਸਾਈ ਦੇ ਫਕੀਰੋ, ਮੇਰਾ ਪੁੱਤ ਬਿਮਾਰ ਹੈ, ਇਸ ਲਈ ਦੁਆ ਖੈਰ ਕਰੋ ਜੋ ਅੱਲਾ ਮਿਹਰ ਕਰੇ ਤੇ ਉਹ ਵੱਲ ਹੋ ਜਾਵੇ। ਗੁਰੂ ਜੀ ਕਦੇ ਕਿੱਕਰ ਨੂੰ ਅੰਗੂਰ ਲੱਗੇ ਹਨ? ਨਵਾਬ ਫਕੀਰ ਸਾਈ, ਕਦੇ ਨਹੀਂ। ਗੁਰੂ ਜੀ ਜ਼ੋਰ ਨੂੰ ਖੈਰ ਦਾ ਫਲ ਕਿਕੂਨ ਲੱਗੇ? ਨਵਾਬ ਮੈਂ ਨਹੀਂ ਸਮਝਿਆ। ਗੁਰੂ ਜੀ ਰੱਬ ਦੇ ਫਕੀਰ ਤੋਂ ਜ਼ੋਰ ਨਾਲ ਸਦ ਕੱਲੇ ਹਨ, ਜੋ ਜ਼ੋਰ ਨਾਲ ਆਂਦੇ ਗਏ ਹਨ ਉਹਨਾਂ ਦੇ ਜੀਅਪੁਰ ਇਸ ਤੱਕੇ ਦਾ ਕੀ ਅਸਰ ਹੋਣਾ ਚਾਹੀਦਾ ਹੈ। ਸੋਚੋ, ਉਹਨਾਂ ਦਿਲਾਂ ਵਿੱਚ ਜਿੱਥੇ ਜ਼ੋਰ ਬੀਜਿਆ ਗਿਆ ਹੈ, ਦੁਆ ਖੈਰ ਕਿਕੂ ਹੋਗੇ। ਨਵਾਬ ਬੋਲ ਟੁੱਕ ਕੇ, ਗੱਲ ਵਾਜਬ ਹੈ। ਗੁਰੂ ਜੀ ਤੂੰ ਜਿਕੂਨ ਜ਼ੋਰ ਨਾਲ ਮਾਮਲਾ ਲੈਂਦਾ ਹੈ, ਜਿਕੂਨ ਵਗਾਰ ਪਾਉਂਦਾ ਹੈ, ਉਸੇ ਤਰ੍ਹਾਂ ਤੂੰ ਰੱਬ ਦੇ ਘਰੋਂ ਜ਼ੋਰ ਨਾਲ ਖੈਰ ਮੰਗ ਰਿਹਾ ਹੈ। ਸੈਦਪੁਰ ਪਠਾਣਾ ਦਾ ਇੱਕ ਤਕੜਾ ਕਿਲਾ ਸੀ ਤੇ ਇਹ ਨਵਾਬ ਕਿਲੇਦਾਰ ਸੀ। ਇਸ ਦਾ ਜਾਬਰ ਹੁਕਮ ਸਾਰੇ ਇਲਾਕੇ ਮੰਨੀਦਾ ਸੀ। ਇਹੋ ਸੀ ਜੋ ਬਾਬਰ ਨਾਲ ਅਟਕਿਆ ਸੀ ਤੇ ਸੈਦਪੁਰ ਦੀ ਕਤਲਾਮ ਹੋਈ ਸੀ। ਇਸ ਵੇਲੇ ਗੁਰੂ ਜੀ ਦੇ ਵਿਨਵੇਂ ਵਾਕ ਉਸ ਦੇ ਅੰਦਰ ਪੁੜ ਗਏ। ਪੁੱਤਰ ਦਾ ਮੋਹ ਵਿਆਕੁਲ ਕਰ ਰਿਹਾ ਸੀ, ਸੋ ਨਰਮ ਹੋ ਕੇ ਕਹਿਣ ਲਗਾ, ਦਾਤਾ ਲੋਕ ਜੀ, ਅਸੀਂ ਸਿਪਾਹੀ ਲੋਕ ਖੁਰਦਰੇ ਹੁੰਦੇ ਹਾਂ, ਹੁਰਮਤ ਸਾਡੀ ਪੱਕ ਜਾਂਦੀ ਹੈ, ਸੋ ਆਪ ਮਿਹਰ ਦੇ ਘਰ ਆਓ, ਤਕਸੀਰ ਮਾਫ ਕਰੋ ਤੇ ਦੁਆ ਕਰੋ ਜੋ ਬੇਟਾ ਵੱਲ ਹੋਵੇ। ਗੁਰੂ ਜੀ ਰਜ਼ਾ ਮੰਨ ਤੇ ਜੋ ਹੁੰਦਾ ਹੈ ਹੋਣ ਦੇ, ਹੁਕਮ ਤੇ ਟਿਕ, ਜੇ ਵੱਲ ਹੋਣਾ ਹੋ ਤਾਂ ਹੋ ਜਾਓ, ਨਾ ਮਾਲਕ ਦੀ ਮਰਜ਼ੀ ਹੋ ਨਾ ਹੋ। ਨਵਾਬ ਸਾਈਂ ਜੀ, ਆਂਦਰਾਂ ਦੇ ਵਲੇਵੇਨ ਹਨ, ਮਮਤਾ ਮਿਟਦੀ ਨਹੀਂ, ਇਹ ਜੀਅ ਤੜਫਦਾ ਕੋਈ ਰੇਖ ਵਿੱਚ ਮੇਖ ਮਾਰੋ। ਗੁਰੂ ਜੀ ਦੇਖ ਮਮਤਾ ਵਾਲੇ, ਦੇਖ ਸਾਈਂ ਦੇ ਰੰਗ, ਤੇਰੀ ਕਰੜਾਈ ਤੇ ਜ਼ੋਰ ਦਰਗਾਹੇ ਮਨਜ਼ੂਰ ਨਹੀਂ, ਉੱਤੋਂ ਹੁਕਮ ਹੋ ਚੁੱਕਾ ਹੈ ਔਰ ਹੁਕਮ ਅਟਲ ਹੈ। ਜ਼ੋਰ ਨੂੰ ਜ਼ੋਰ ਕੱਟਣ ਵਾਸਤੇ ਆ ਰਿਹਾ ਹੈ। ਅੱਜ ਸ਼ਾਹਜ਼ਾਦਾ ਸੁਖ ਨਾਲ ਨੀਂਦਰੇ ਸੌਂਦਾ ਹੈ, ਸੋਣ ਦੇ ਸੁ, ਕੱਲ ਪਤਾ ਨਹੀਂ ਕਾਇਆ ਦੇ ਕੱਪੜੇ ਕਿਕੂ ਲੀਰਾਂ ਹੋਣ ਹਨ ਤੇ ਕਨਵਰਾਂ ਤੇ ਸ਼ਾਹਜ਼ਾਦਿਆਂ ਨੇ ਕਿਵੇਂ ਮੋਛਿਆਂ ਵਾਂਗ ਮੁਛੀਣਾ ਹੈ। ਇਹ ਪਾਣਾ ਅੱਜ ਦਾ ਜੇ ਵਰਤੇ ਤਾਂ ਸੌਖਾ ਹੈ, ਜੋ ਆ ਰਿਹਾ ਹੈ ਉਹ ਕਰੜਾ ਹੈ। ਹਾਕਮ ਸਮਝਿਆ ਨਾ, ਹਾਂ, ਮਤਲਬ ਨਾ ਸਮਝਿਆ, ਪਰ ਸਹਿਮ ਗਿਆ। ਬੋਲਿਆ, ਸਾਈ ਜੀ, ਮਿਹਰ ਦੇ ਘਰ ਆਓ, ਮੈਂ ਆਪਣੇ ਇਲਾਕੇ ਵਿੱਚ ਜ਼ੋਰ ਨਹੀਂ ਕਰਦਾ, ਮੇਰੇ ਤੇ ਮਿਹਰ ਹੋਵੇ ਤੇ ਬੱਚੇ ਦੀ ਜਾਨ ਬਖਸ਼ੋ। ਗੁਰੂ ਜੀ, ਬੱਚੇ ਦੀ ਜਾਨ ਬਚਣੀ ਤਾਂ ਫਕੀਰਾਂ ਦੇ ਝੂਠੇ ਟੁਕਰਾਂ ਵਿੱਚ ਹੈ, ਪਰ ਬੱਚੇ ਦੀ ਤੇ ਆਪਣੀ ਤੇ ਆਪਣੇ ਅਹਿਲਕਾਰਾਂ ਦੀ ਰੂਹ ਤੇ ਰਹਿਮ ਕਰ ਜੋ ਉਹ ਬਚੇ। ਇਹ ਸਰਦਾਰੀ ਕਿਸ ਕੰਮ ਹੈ? ਇਹ ਅਮੀਰੀ ਕਿਸ ਅਰਥ ਹੈ? ਇਹ ਦੌਲਤ ਕਿਸ ਕਾਰੇ ਲੱਗਣੀ ਹੈ? ਕਿਉਂ ਮਨੁੱਖਾਂ ਦੀਆਂ ਹੱਡੀਆਂ ਦੇ ਟੈਰ ਇਕੱਠੇ ਕਰਕੇ ਉੱਤੇ ਬਹਿ ਕੇ ਸਮਝਦੇ ਹੋ ਕਿ ਮਾਲਦਾਰ ਹੋ ਗਏ ਹਾਂ। ਧਰਮ ਸੰਭਾਲੋ, ਨਿਆਂ ਕਰੋ, ਰਹਿਮ ਕਰੋ, ਪਰ ਸਾਈਂ ਦੇ ਰੰਗ ਲਾਲੋ ਵੱਲ ਤੱਕ ਕੇ ਦੇਖ ਲਾਲੋ। ਨਿਰੰਕਾਰ ਦੇ ਰੰਗ ਕੂਕ ਦੇ ਦਿੱਤੀ ਹੈ, ਪਰ ਕਿਸੇ ਨਹੀਂ ਸੁਣਨੀ, ਚੜੀ ਗੁੱਡੀ ਵੇਲੇ ਕੌਣ ਡੋਰ ਨੂੰ ਖਿੱਚਦਾ ਹੈ। ਪਰ ਤੁਰੋ ਹੁਕਮ ਹੋ ਚੁੱਕਾ ਹੈ,
ਸਾਰੇ ਜ਼ੋਰਾਂ ਦਾ ਮੁੱਲ ਪੈ ਜਾਣਾ ਹੈ। ਕੌਣ ਐਸ਼ਵਰਜ ਵੇਲੇ ਹੋਸ਼ ਕਰਦਾ ਹੈ? ਹਾਂ, ਮਨੁੱਖ ਨੂੰ ਮਦ ਨਿਆਉਣ ਤੇ ਨਹੀਂ ਰਹਿਣ ਦਿੰਦਾ। ਨਵਾਬ ਸਾਈਂ ਜੀ, ਬੱਚੇ ਦੀ ਜਾਨ ਬਖਸ਼ੋ। ਤਕਸੀਰ ਜੋ ਹੋਈ ਖਿਮਾ ਕਰੋ। ਤੁਸੀਂ ਸਾਈਂ ਵਾਲੇ ਹੋ, ਅਸੀਂ ਭੁੱਲਣਹਾਰ ਹਾਂ। ਗੁਰੂ ਜੀ ਜੇ ਬਈਖਾਨਾ, ਤੈਨੂੰ ਇਸ ਵੇਲੇ ਦਾ ਹੀ ਸੁੱਖ ਪਿਆਰਾ ਹੈ ਤਾਂ ਵਾਹ ਵਾਹ। ਨਵਾਬ ਸੋਚ ਵਿੱਚੋਂ ਨਿਕਲ ਕੇ ਮੈਂ ਸਮਝਿਆ। ਭਾਗੋ ਵੱਲ ਤੱਕ ਕੇ, ਹਾਂ, ਸਾਰੇ ਫਕੀਰ ਛੱਡ ਦਿਓ। ਗੁਰੂ ਜੀ ਵੱਲ ਤੱਕ ਕੇ ਆਪ ਵੀ ਦਾਤਾ ਜੀ, ਜਾਓ, ਮੈਂ ਆਪ ਦੇ ਦਰ ਤੇ ਹਾਜ਼ਰ ਹੋ ਕੇ ਬੱਚੇ ਦੀ ਜਾਨ ਬਖਸ਼ੀ ਮੰਗਾਗਾ। ਮੈਥੋਂ ਭੁੱਲ ਹੋਈ ਹੈ, ਮਾਫ ਕਰਿਓ। ਗੁਰੂ ਜੀ ਜਾ, ਲਾਲੋ ਕੋਈ ਝੂਠਾ ਟੁੱਕਰ ਲਿਆ ਦੇ ਜੋ ਮੁੰਡਾ ਵੱਲ ਹੋ ਜਾਵੇ। ਲਾਲੋ ਗਿਆ, ਟੁੱਕਰ ਲੈ ਆਇਆ, ਬੀਮਾਰ ਨੂੰ ਦਿੱਤਾ, ਉਸ ਖਾਦਾ ਤਤਕਾਲ ਵੱਲ ਹੋ ਗਿਆ। ਪਠਾਨ ਹਾਕਮ ਅਚੰਬਾ, ਦਰਬਾਰ ਅਚੰਬਾ, ਭਾਗੋ ਅਚੰਬਾ, ਸਾਰੇ ਛੁੱਟੇ ਖੜੇ ਫਕੀਰ ਅਚੰਬਾ। ਸਤਿਗੁਰ ਜੀ ਖਬਰਦਾਰ ਹੋ, ਖਾਨ। ਉੱਤੋਂ ਹੁਕਮ ਦੀ ਕਲਮ ਵਹਿ ਗਈ ਹੈ, ਜ਼ੋਰ ਲਈ ਜ਼ੋਰ ਆ ਰਿਹਾ ਹੈ, ਦੁਆ ਖੈਰ ਦੀ ਲੋੜ ਉੱਥੇ ਹੈ, ਕਰੋ ਜੇ ਕੁਛ ਬਣਦਾ ਜੇ। ਖਲਕਤ ਰੱਬ ਦੀ ਹੈ, ਧਰਮ ਕਿਰਤ ਸਭ ਦਾ ਕੀਤਾ ਹੈ, ਜ਼ੋਰ ਜ਼ੁਲਮ ਰੱਬੀ ਹੁਕਮ ਦੇ ਉਲਟ ਹੈ। ਨਵਾਬ ਨਾ ਸਮਝਿਆ, ਉਸ ਜਾਤਾ ਕਿ ਮੈਨੂੰ ਨਿਆਂ ਕਰਨ ਲਈ ਕਹਿੰਦੇ ਹਨ, ਸੋ ਮੈਂ ਕਰਤਾ ਹਾਂ ਤੇ ਕਰਾਂਗਾ। ਪਰ ਉਸ ਦਾ ਨਿਆਂ ਵੀ ਇੱਕ ਤੱਕਾ ਹੀ ਸੀ। ਉਂਝ ਤਾਂ ਪਠਾਣਾਂ ਦਾ ਸਾਰਾ ਰਾਜ ਹੀ ਪਰਜਾ ਲਈ ਕਸ਼ਟ ਰੂਪ ਸੀ। ਗੁਰੂ ਜੀ ਨੇ ਫਿਰ ਗਹੁ ਨਹੀਂ ਕੀਤਾ, ਮਸਤਾਨੇ ਰੰਗ ਤੇ ਚੁੱਪ ਟੁਰਾਏ, ਰੋੜੀ ਜਾ ਬੈਠੇ। ਲਾਲੋ ਨੇ ਆ ਪੁੱਛਿਆ, ਪਾਤਸ਼ਾਹ, ਅੱਜ ਕੀ ਅਗਮ ਦੀ ਬੋਲੇ ਹੋ? ਤਾਂ ਸਤਿਗੁਰ ਜੀ ਨੇ ਹੋਣਹਾਰ ਦੀ ਸੈਨਤ ਕਰਕੇ ਚੁੱਪ ਤਾਰ ਲਈ। ਅਗਲੇ ਦਿਨ ਮਲਕ ਭਾਗੋ ਆਚਰਨੀ ਪਿਆ, ਆਖਣ ਲੱਗਾ, ਹੇ ਰੱਬੀ ਦਾਤਾ, ਮੈਂ ਬੜੀ ਅਵੱਗਿਆ ਕੀਤੀ ਹੈ, ਮਿਹਰ ਕਰਕੇ ਬਖਸ਼, ਮੈਨੂੰ ਲੋਕਾਂ ਪੁਤਲਾਇਆ ਸੀ। ਗੁਰੂ ਜੀ ਕਾਰਦਾਰ ਹੋਣਾ ਤੇ ਪੁਤਲਾਵੇ ਵਿੱਚ ਆਉਣਾ ਹੋ ਭਾਗੋ। ਇਹ ਕਿਵੇਂ? ਛੱਡ ਦੇ ਕਾਰਦਾਰੀ, ਕਿਰਤ ਕਰ ਦਸਾਂ ਨੌਵਾਂ ਦੀ, ਜੇ ਤੇਰੀਆਂ ਆਪਣੀਆਂ ਅੱਖਾਂ ਹੱਕ ਨਾਹਕ ਪਛਾਣਦੀਆਂ ਨਹੀਂ ਤਾਂ। ਹਾਕਮ ਸਿਰੇ ਦੇ ਹਾਕਮ ਨਹੀਂ, ਹਾਕਮਾਂ ਦੇ ਸਿਰ ਹੋਰ ਹਾਕਮ ਹੈ, ਦਰ ਉਸ ਦੇ ਨਿਆਂ ਤੋਂ ਉਹ ਤੋਲਦਾ ਹੈ, ਚਾਹੇ ਤੋਲਦਾ ਜਾਪਦਾ ਨਹੀਂ ਆ ਰਿਹਾ ਹੈ ਉਸ ਦਾ ਅਦਲ। ਮਲਕ ਮੈਥੋਂ ਅਵੱਗਿਆ ਹੋਈ, ਮਾਫ ਕਰੋ। ਗੁਰੂ ਨਾਨਕ ਮੇਰੀ ਅਵੱਗਿਆ, ਨਾਨਕ ਦੀ ਅਵੱਗਿਆ ਹੈ। ਨਾਨਕ ਦੀ ਅਵੱਗਿਆ ਕੋਈ ਨਹੀਂ, ਡਰ ਉਸ ਅਵੱਗਿਆ ਤੋਂ ਜੋ ਤੂੰ ਆਪਣੀ ਤੇ ਆਪਣੀ ਪਰਜਾ ਦੀ ਕੀਤੀ ਹੈ, ਜੋ ਤੂੰ ਖਾਲਕ ਦੀ ਕਰ ਰਿਹਾ ਹੈ। ਦੇਖ, ਪਸ਼ੂ ਪੰਖੀ ਸਾਰਾ ਦਿਨ ਪੇਟ ਭਰਨ ਲਈ ਫਿਰਦੇ ਮਾਨੋ ਕਿਰਤ ਕਰਦੇ ਤੇ ਪੇਟ ਭਰਦੇ ਹਨ, ਸਦਾ ਖੁਸ਼ੀ, ਸਦਾ ਅਰੋਗ, ਸਦਾ ਅਸਮਾਨਾਂ ਵਿੱਚ ਉੱਡਦੇ ਹਨ। ਮਿਹਨਤ ਦੀ ਰੋਟੀ ਵਿੱਚ ਸੁੱਖ ਹੈ। ਮਿਹਨਤ ਸਰੀਰ ਨਰੋਆ ਰੱਖਦੀ ਹੈ, ਮਿਹਨਤ ਸਾਈਂ ਦੇ ਰਸਤੇ ਸੁੱਖ ਦਿੰਦੀ ਹੈ। ਲੋਕਾਂ ਦੀ ਕਮਾਈ ਨੂੰ ਜ਼ੋਰ ਨਾਲ ਖਸਣਾ, ਫਰੇਬ ਨਾਲ ਖਸਣਾ, ਇਕੱਠੀ ਕਰਨੀ ਤੇ ਉੱਤੇ ਸੱਪ ਵਾਂਗ ਪਥੱਲਾ ਮਾਰ ਬੈਠਣਾ ਰੋਗ ਹੈ। ਸਰੀਰ ਦਾ, ਮਨ ਦਾ, ਆਤਮਾ ਦਾ। ਤੂੰ ਆਪਾ ਖੂੰਜਾ ਬੈਠਾ ਹੈ, ਆਪ ਵੰਨਾ ਬੈਠਾ ਹੈ, ਆਪਾ ਆਪ ਮਾਰ ਬੈਠਾ ਹੈ, ਤਰਸ ਕਰ ਆਪੇ ਤੇ, ਇਸ ਮੋਏ ਨੂੰ ਜਿਵਾਲ, ਧਰਮ ਦੀ ਕਣੀ ਇਸ ਵਿੱਚ ਪਾ। ਭਾਗੋ ਪਾਤਸ਼ਾਹ, ਹੁਣ ਤਾਂ ਮਨ ਨੇ ਤਰੰਗ ਖਾਦਾ ਹੈ, ਜੋ ਆਖੇ ਸੋ ਮਿੱਠਾ ਹੈ, ਪਰ ਮੈਨੂੰ ਦੱਸੋ ਕਿ ਇਸ ਹੱਡ ਰੱਖ ਦੇਹ ਨਾਲ, ਇਸ ਸਾਲਸੀ ਹੋ ਚੁੱਕੇ ਜਾਮੇ ਨਾਲ ਮਜੂਰੀ ਕੀ ਕੂਨ ਕਰਾਂ। ਸਤਿਗੁਰੂ ਪਾਤਸ਼ਾਹ ਦਾ ਤਖਤ ਮਜੂਰੀ ਹੈ, ਗਰੀਬ ਦੀ ਟੋਕਰੀ ਮਜੂਰੀ ਹੈ, ਪਰ ਤਾਂ ਜੇ ਦੋਵੇਂ ਸਾਈਂ ਤੇ ਅੱਖ ਧਰ ਕੇ ਆਪੋ ਆਪਣੀ ਕਿਰਤਕਾਰ ਕਰਦੇ ਹਨ। ਤੇਰੀ ਕਾਰਦਾਰੀ ਮਿਹਨਤ ਹੈ, ਮਜੂਰੀ ਹੈ, ਕਿਰਤ ਹੈ, ਜੇ ਤੂੰ ਹੱਕ ਨਾ ਹੱਕ ਪਛਾਣੇ, ਨਿਆਂ ਤੋਲੋ, ਵੱਦੀ ਨਾ ਖਾਵੇ, ਜ਼ੋਰ ਜ਼ੁਲਮ ਨਾ ਕਰੇ ਤਾਂ। ਹਾਂ, ਸਭ ਤਮਾਮ ਜ਼ਿੰਮੇਵਾਰੀਆਂ ਸਾਰੇ ਕਿਰਤ ਹਨ, ਜੇ ਉਹਨਾਂ ਨੂੰ ਭਲੀ ਤਰ੍ਹਾਂ ਕਰੋ ਤਾਂ। ਚਾਹੇ ਕਿੱਤਾ ਮਿਲਿਆ ਹੈ, ਚਾਹੇ ਆਪ ਚਾਇਆ ਹੈ, ਪਹਿਮਾਨਗੀ ਸਭਨਾਂ ਕਿੱਤਿਆਂ ਦੀ ਸੱਤਿਆਂ ਨੂੰ ਮਾਰਦੀ ਹੈ। ਮਜੂਰ ਦੀ ਟੋਕਰੀ, ਬਾਣੀਏ ਦੀ ਤੱਕੜੀ, ਕਾਰਦਾਰ ਦਾ ਕਰਤਵ, ਰਾਜੇ ਦਾ ਨਿਆਨ ਕਰਨਾ ਤੇ ਸਾਧੂ ਦੀ ਸ਼ੁਭ ਮਤ ਦਾਨ ਦੇਣੀ ਸਭ ਕਿਰਤ ਹੈ, ਜੇ ਪਹਿਮਾਨਗੀ ਨਹੀਂ ਤਾਂ। ਹਾਂ, ਸਾਰਾ ਕੁਝ ਬੰਦਗੀ ਹੋ ਜਾਂਦੀ ਹੈ ਜੇ ਹਿਰਦੇ ਸਾਈਂ ਰੱਖ ਕੇ ਕਰੋ, ਜੋ ਕੁਝ ਕੀ ਕਰਨਾ ਸਾਡੇ ਹਿੱਸੇ ਵੰਡ ਵਿੱਚ, ਭਾਗਾ ਨਾਲ ਕਿ ਉਸ ਦੀ ਚੋਣ ਨਾਲ ਕਿ ਕਿਸੇ ਦੀ ਮਿਹਰ ਨਾਲ ਆਇਆ ਹੈ। ਆਪਣਾ ਲਹੂ ਨਚੋੜ ਕੇ, ਖੇਤੀ ਕਰਕੇ, ਸਰਕਾਰੀ ਮਾਮਲਾ ਭਰ ਕੇ, ਜਿਸ ਗਾਹਕ ਪਾਸ ਮਸਾਂ ਸਾਲ ਦੇ ਟੁੱਕਰ ਰਹੇ ਜਾਂਦੇ ਹਨ, ਉਸ ਨੂੰ ਡਰਾ ਧਮਕਾ ਕੇ ਉਸ ਤੋਂ ਕੁਝ ਹੋਰ ਲੈਣਾ ਉਸ ਦਾ ਲਹੂ ਨਿਚੋੜਨਾ ਹੈ। ਜਿਹੀ ਪਸ਼ੂ ਦੀ ਗਿੱਚੀ ਵੱਢ ਕੇ ਰਾਤ ਚੋਲੀ, ਤੇਹੀ ਕਿਸੇ ਦੀ ਕਿਰਤ ਵਿੱਚੋਂ ਜ਼ੋਰ ਛਲ ਨਾਲ ਲੈਣਾ ਰਤ ਨਿਚੋੜਨਾ ਹੈ। ਭਲਾ ਤੇਰਾ ਬ੍ਰਹਮ ਭੋਜ ਸਾਈਂ ਖਾ ਸਕਦਾ ਹੈ, ਸਾਈਂ ਦੇ ਦਰ ਦੇ ਪਿਆਸੇ ਖਾ ਸਕਦੇ ਹਨ, ਜਦਕਿ ਗ੍ਰਾਹੀ ਵਿੱਚ ਹਾਵੇ ਤੇ ਰੋਣ ਦੀ ਚੀਨੀ ਬਾਣੀ ਹੈ ਤੇ ਰਾਤ ਦੇ ਟਪੇ ਤ੍ਰਿਪਕਦੇ ਹਨ। ਤੇਰੇ ਬ੍ਰਹਮ ਭੋਜ, ਤੇਰੇ ਦਾਨ, ਤੇਰੇ ਸਰਾਧ, ਤੇਰੇ ਜਗ ਆਪਣੀ ਉਜਾਗਰੀ ਵਾਸਤੇ ਹਨ, ਆਪਣੇ ਪਾਪਾਂ ਦੇ ਕਸਣ ਵਾਸਤੇ ਹਨ, ਲਹੂ ਦੇ ਚੁਬੱਚਿਆਂ ਉੱਤੇ ਛੱਪਰ ਛਾਉਣੇ ਹਨ। ਸ਼ੱਕ ਹੈ ਉਹਨਾਂ ਤੇ ਜੋ ਇਸ ਪੁੰਨ ਦੇ ਤਾਨ ਨੂੰ ਖਾਂਦੇ ਹਨ, ਸ਼ੱਕ ਹੈ ਉਹਨਾਂ ਤੇ ਜੋ ਇਸ ਅੰਨ ਤੋਂ ਪਲ ਕੇ ਸਾਧੂ ਬ੍ਰਾਹਮਣ ਤੇ ਤਪਸਵੀ ਖਵਾਉਂਦੇ ਹਨ। ਦੇਸ਼ ਸੜ ਉਠਿਆ ਹੈ ਜ਼ੁਲਮ ਹੇਠ, ਭਾਗੋ, ਪਰਜਾ ਕੁਰਲਾ ਉਠੀ ਹੈ ਜ਼ੋਰ ਹੇਠ, ਤੁਰੋਂ ਹੁਕਮ ਹੋ ਗਿਆ ਹੈ ਕਰੜਾ।
ਪਾਪਾਂ ਦੇ ਬਲ ਨੇ ਅਸਮਾਨਾਂ ਵਿੱਚੋਂ ਕਸ਼ਟਾਂ ਦੇ ਬੱਦਲ ਖਿੱਚ ਲਿਆਂਦੇ ਹਨ। ਤਿਆਰ ਹੋਵੋ ਉਸ ਜ਼ੁਲਮ ਦੇ ਚੱਲਣ ਲਈ ਆਪ, ਜੋ ਜ਼ੁਲਮ ਤੁਸੀਂ ਲੋਕਾਂ ਤੇ ਕਰਦੇ ਨਹੀਂ ਸੰਗਦੇ ਰਹੇ। ਜੋ ਕਰਦਿਆਂ ਤੁਹਾਨੂੰ ਕੌੜਾ ਨਹੀਂ ਲੱਗਾ, ਉਹ ਭੋਗਦਿਆਂ ਦੱਸੇਗਾ ਕਿ ਮੈਂ ਕਿਤਨਾ ਕੌੜਾ ਹਾਂ। ਭਾਗੋ ਕੰਬ ਗਿਆ, ਰੋ ਪਿਆ, ਪੈਰੀ ਟਏ ਪਿਆ, ਬਖਸ਼ ਹੇ ਦਾਤਾ, ਬਖਸ਼। ਗੁਰੂ ਜੀ ਬਖਸ਼ੇਗਾ ਬਖਸ਼ਿੰਦ, ਪਰ ਤਾਂ ਬਖਸ਼ੇਗਾ ਜੋ ਤੈਨੂੰ ਬਖਸ਼ਣਗੇ ਉਹ ਗਰੀਬ ਤੇ ਨਿਤਾਣੇ, ਜਿਨ੍ਹਾਂ ਨੂੰ ਤੂੰ ਗਰੀਬ ਤੇ ਨਿਤਾਣੇ ਕੀਤਾ ਹੈ। ਜਾ ਬਖਸ਼ਾ ਉਹਨਾਂ ਤੋਂ ਜਿਨ੍ਹਾਂ ਨੂੰ ਤੂੰ ਸਤਾਇਆ ਹੈ। ਮੈਂ ਸੌਦੇ ਕਰਨ ਵਾਲਾ ਫਕੀਰ ਨਹੀਂ, ਪੂਰਾ ਤੁਲੇਗਾ ਪੂਰੇ ਤੱਕੜ ਤੇ ਤੂਫਾਨ ਆ ਰਿਹਾ ਹੈ ਦੇਸ਼ ਤੇ, ਪਠਾਨ ਰਾਜ ਦੇ ਸਿਰ ਚਖੜ ਆ ਰਿਹਾ ਹੈ। ਜੇ ਆਪਣੀ ਲੋੜ ਹੋਈ ਤਾਂ ਹੋ ਨੀਵਾਂ, ਬਖਸ਼ਾ ਤੇ ਕਿਰਤ ਕਰ ਫਿਰ ਉਸ ਸੁੱਚੀ ਕਮਾਈ ਤੇ ਉੱਜਲ ਹੋ ਕੇ ਹੋ ਉੱਚਾ। ਸਾਈਂ ਦੇ ਪਿਆਰੇ ਦੇ ਮਹਾਵਾਕਾਂ ਨੂੰ ਸੁਣਦਾ ਭਾਗੋ ਉਸੇ ਵੇਲੇ ਉੱਠ ਗਿਆ। ਜਾਂ ਘਰ ਦੇ ਤੋੜੇ ਖੋਹਲੇ, ਸਾਰਾ ਧਨ ਲੁਟਾ ਦਿੱਤਾ ਉਹਨਾਂ ਪਰਜਾਦਿਆਂ ਲੋਕਾਂ ਨੂੰ, ਜਿਨ੍ਹਾਂ ਤੋਂ ਇਕੱਠੀ ਕੀਤੀ ਸੀ ਉਹ ਸਰਪਣੀ ਮਾਇਆ ਜੋ ਪਥੱਲਾ ਮਾਰ ਕੇ ਬੈਠੀ ਭਾਗੋ ਨੂੰ ਵਿਸ ਚਾੜ ਰਹੀ ਸੀ। ਕਈ ਕਹਿਣ ਬਾਵਲਾ ਹੋ ਗਿਆ ਹੈ ਭਾਗੋ, ਪਰ ਆਮ ਖਲਕਤ ਵਿੱਚ ਫੈਲ ਗਈ ਕੀਰਤੀ ਨਾਨਕ ਤੱਪੇ ਦੀ ਕਿ ਉਸਨੇ ਸਾਧਿਆ ਹੈ ਐਡਾ ਅਸਰਾਲ ਸੱਪ। ਹਾਂ, ਸੈਦਪੁਰ ਦੇ ਇਲਾਕੇ ਪਰਜਾ ਵਿੱਚ ਤੁਮ ਗਈ ਭਾਗੋ ਦੀ ਕੀਰਤੀ, ਦੁਖੀ ਦਿਲਾਂ ਵਿੱਚੋਂ ਟੁਰੀ ਇੱਕ ਅਸੀਸਾਂ ਦੀ ਨੌ ਤੇ ਚਲੀ ਗਈ ਸਾਈਂ ਦੇ ਦਰ। ਫਿਰ ਇੱਕ ਦਿਨ ਤਿਰਕਾਲਾ ਨੂੰ ਆਇਆ ਭਾਗੋ ਲਾਲੋ ਦੇ ਘਰ। ਹਾਂ, ਜਗਤ ਦਾ ਮਾਲਕ ਮੱਕੀ ਦੀ ਰੋਟੀ ਖਾ ਰਿਹਾ ਸੀ, ਟੁੱਕਰ ਦਿੱਤਾ ਭਾਗੋ ਨੂੰ, ਖਾ ਬਈ ਦੇਖ ਸਵਾਦਾ। ਭਾਗੋ ਨੂੰ ਅੱਜ ਪਹਿਲਾ ਦਿਨ ਸੀ ਕਿ ਅੰਨ ਦਾ ਸਵਾਦ ਆਇਆ। ਹੱਥ ਬੰਨ੍ਹ ਕੇ ਕਹਿਣ ਲੱਗਾ, ਬਖਸ਼ਿੰਦ ਦਾਤਾ, ਮਿਹਰ ਕਰ ਤੇ ਚਰਨੀ ਲਾ ਲੈ, ਆਉਣ ਵਾਲੇ ਦੁੱਖਾਂ ਤੋਂ ਰੱਖ ਲੈ, ਲੋਕ ਪਰਲੋਕ ਸਹਾਈ ਹੋ। ਗੁਰੂ ਜੀ ਦੇਖ ਪਰਜਾ ਜੋ ਤੂੰ ਦੁਖਾਈ ਸੀ ਹੁਣ ਉਸ ਦੀਆਂ ਆਂਦਰਾਂ ਠਰੀਆਂ ਹਨ, ਉਹਨਾਂ ਦੀ ਅਸੀਸ ਦਰਗਾਹੇ ਪੁੱਜੀ ਹੈ ਤੇ ਤੇਰੇ ਤੇ ਮਿਹਰ ਹੋਈ ਹੈ। ਨਾਮ ਜਪ ਦੇਖ ਧਰਮ ਦੀ ਕਿਰਤ ਸਾਈਂ, ਨਾਮ ਬਿਨਾਂ ਸੁਹਾਗਣ ਨਹੀਂ ਹੁੰਦੀ। ਧਰਮ ਦੀ ਕਿਰਤ ਕਰਨ ਵਾਲੇ ਸੁੱਚੇ ਤਾਂ ਹੋ ਜਾਂਦੇ ਹਨ, ਪਰ ਕੁਸੰਗਾ ਕਰਕੇ ਤਾਮਸੀ ਬਿਰਤੀ ਵਿੱਚ ਚਲੇ ਜਾਂਦੇ ਹਨ। ਜੇ ਨਾਲ ਨਾਮ ਦੀ ਟੇਕ ਹੋਵੇ, ਨਾਮ ਦਾ ਚਾਨਣਾ ਹੋਵੇ, ਨਾਮ ਦੀ ਠੰਡ ਹੋਵੇ, ਤਾਂ ਉਹ ਸਾਧੂ, ਉਹ ਸੰਤ, ਉਹ ਫਕੀਰ, ਉਹ ਮਹਾਤਮਾ ਹਨ। ਨਿਰੇ ਕਿਰਤੀ ਵੀ ਸਫਲ ਨਹੀਂ ਹਨ ਜੋ ਮੂਰਖਤਾ ਵਿੱਚ ਹਨ ਤੇ ਪਸ਼ੂਆਂ ਵਾਂਗ ਜਿਉਂਦੇ ਹਨ, ਚਾਹੇ ਸੁਖੀ ਤੇ ਬੇਫਿਕਰ ਹਨ। ਬਨਾਨ ਜੰਗਲਾਂ ਵਿੱਚ ਨਿਰੀ ਚੁੱਪ ਸਾਧ ਗਏ ਲੋਕੀ ਸਾਧ ਸੰਤ ਨਹੀਂ, ਉਹ ਤਾਂ ਟਿਕੇ ਹੋਏ ਯੰਤਰ ਹਨ। ਯੰਤਰ ਵਾਂਗੂ ਉਹਨਾਂ ਦੇ ਸਰੀਰ ਹਿਲਦੇ ਹਨ ਤੇ ਜੁਲਦੇ ਹਨ, ਪਰ ਉਹ ਜੋ ਨਾਮ ਜਪਦੇ ਹਨ ਤੇ ਨਾਮ ਵਿੱਚ ਉਛਲਦੇ ਹਨ, ਪ੍ਰੇਮ ਦੀ ਸ਼ੁਕਰ ਬੇਨਤੀ ਤੇ ਰਸ ਨਾਲ ਬਗਦੇ ਹਨ, ਸਾਈਂ ਵੱਲ ਅੰਦਰੋਂ ਬਾਹੀਂ ਉਲਾਰ ਉਲਾਰ ਤਾਂਗਦੇ ਹਨ, ਕੇਵਲ ਉਹ ਜਿਉਂਦੇ ਹਨ, ਲੋਕ ਪਰਲੋਕ ਸੁਹੇਲੇ ਹਨ। ਨਾਮ ਬਿਨਾ ਮੁਰਦੇਹਾਨ ਹੈ, ਨਾਮ ਬਿਨਾ ਜਿੰਦ ਵਿੱਚ ਜਿੰਦ ਨਹੀਂ। ਹਾਂ ਭਾਗੋ, ਅੱਜ ਮਿਹਰ ਹੋਈ ਹੈ, ਤੇਰੇ ਲਈ ਨਾਮ ਆਇਆ ਹੈ। ਨਾਮ ਵਿੱਚ ਜਿਉ, ਕਿਰਤ ਕਰ ਧਰਮ ਦੀ, ਕੁਸੰਗ ਛੱਡ ਤੇ ਸਤਸੰਗ ਵਿੱਚ ਰਹੋ ਤਾਂ ਬਚੇਂਗਾ, ਨਹੀਂ ਤਾਂ ਇੱਥੇ ਤੇ ਅੱਗੇ ਵੀ ਠੋਰ ਨਹੀਂ, ਕਸ਼ਟ ਆ ਰਿਹਾ ਦੁਥਾਨੀ। ਭਾਗੋ ਫਿਰ ਪੈਰੀ ਟੱਠਾ, ਭਾਗੋ ਹੁਣ ਨੀਮ ਬੇਸੁੱਧ ਸੀ। ਲਾਲੋ ਨੇ ਆ ਪਾਣੀ ਦਾ ਛੱਟਾ ਮਾਰਿਆ, ਸਤਿਗੁਰ, ਸਮਰਥ ਸਤਿਗੁਰੂ ਨੇ ਸਿਰ ਤੇ ਹੱਥ ਧਰਿਆ ਤੇ ਆਖਿਆ, ਆਖ ਵਾਹਿਗੁਰੂ। ਭਾਗੋ ਨੇ ਆਖਿਆ ਵਾਹਿਗੁਰੂ, ਤੇ ਉਸ ਦੇ ਅੰਦਰ ਬਹਿ ਗਿਆ ਵਾਹਿਗੁਰੂ। ਐਉਂ ਜਗਤ ਜਲੰਦੇ ਨੂੰ ਰੱਖ ਲੈਣ ਵਾਸਤੇ ਸੂਰਾ ਸਤਿਗੁਰੂ ਘਰ ਬਾਹਰ ਆਪਣੇ ਪਿਆਰੇ ਸਭ ਛੱਡ ਕੇ ਸੁਲਤਾਨਪੁਰਿਓਂ ਟੁਰਿਆ। ਰਸਤੇ ਵਿੱਚ ਕਈ ਥਾਈਂ ਠਹਿਰਦਾ ਪਹਿਲਾ ਡੇਰਾ ਐਮਨਾਬਾਦ ਆ ਕੇ ਲਾਇਓ ਸੂ ਤੇ ਸਤਸੰਗ ਦਾ ਮੁੱਢ ਲੱਗ ਗਿਆ। ਦੂਰ ਨੇੜੇ ਦੇ ਗਿਰਾਵਾਂ ਦੇ ਕਈ ਲੋਕੀ ਸੁਧਰੇ, ਪਰ ਭਾਗੋ ਤੇ ਲਾਲੋ ਇਸ ਨਗਰ ਦੇ ਸਤਿਸੰਗੀ ਮੁਖੀਏ ਸਿੱਖ ਗੁਰਮੁਖ ਹੋਏ। ਸ਼ਹਿਰ ਦੇ ਚੇਟਕੀ ਮੁਲਾਣੇ ਤੇ ਬੀਰਾਰਾਦਾਨ ਵਾਲੇ ਪੰਡਤ ਤੇ ਪਾਨ ਦੇ ਲੋਕਾਂ ਨੂੰ ਖੇਡਾਂ ਵਿੱਚ ਲਾਈ ਗਏ, ਹਾਕਮਾਂ ਨੂੰ ਵੀ ਪੁਤਲਾਈ ਗਏ ਉਸ ਦਿਨ ਤੱਕ ਜਦੋਂ ਕਿ ਸਾਰੇ ਨਗਰ ਦੀ ਕਤਲਾਮ ਆ ਹੋਈ ਤੇ ਸੈਨਾ ਤੇ ਇਹਨਾਂ ਲੋਕਾਂ ਦੇ ਨਾਲ ਆਮ ਪੰਜਾਬੀ ਪੀੜਤ ਹੋਈ। ਗੁਰੂ ਜੀ ਕੁਝ ਦਿਨਾਂ ਮਗਰੋਂ ਵਿਦਾ ਹੋ ਗਏ। ਭਾਗੋ ਲਾਲੋ ਦਾ ਸਤਸੰਗ ਕਰਦਾ ਰਿਹਾ, ਔਰ ਉਸ ਮਹਾਨ ਕਸ਼ਟ ਤੋਂ ਪਹਿਲਾਂ ਜੋ ਸੈਦਪੁਰ ਨੂੰ ਵਾਪਰਿਆ ਤੇ ਕਤਲਾਮ ਹੋਈ, ਭਾਗੋ ਨਾਮ ਜਪਦਾ ਸਾਈ ਰੰਗ ਰੱਤਾ ਸਖਾਲੇ ਸਾਹੀ ਇਸ ਜਗਤ ਤੋਂ ਅਗੇਰੇ ਚਲਾ ਗਿਆ। ਸ੍ਰੀ ਗੁਰੂ ਜੀ ਕੁਝ ਚਿਰ ਇੱਥੇ ਹੋਰ ਰਹੇ, ਪਰ ਹੁਣ ਜਗਤ ਰੱਖਿਆ ਦੀ ਸੱਦ ਡਾਢੀ ਸੀ, ਸੋ ਆਪ ਇੱਥੋਂ ਟੁਰ ਪਏ। ਸੁਲਤਾਨਪੁਰੋਂ ਟੁਰਨ ਵੇਲੇ ਆਪ ਨੇ ਪਹਿਲਾ ਸਬਕ ਇਹ ਸਿਖਾਇਆ ਸੀ ਕਿ ਜੋ ਭਜਨ ਬੰਦਗੀ ਅਰਦਾਸ ਸਿਮਰਨ ਕਰੋ, ਸੋ ਵਾਹਿਗੁਰੂ ਦੀ ਹਜ਼ੂਰੀ ਵਿੱਚ ਕਰੋ, ਗੈਰ ਹਜ਼ੂਰੀ ਦਾ ਕੀਤਾ ਪ੍ਰਵਾਨ ਨਹੀਂ। ਚਾਹੇ ਉਹ ਸ਼ੁਭ ਸੁਭਾਵ ਪੈਂਦਾ ਹੈ, ਪਰ ਹਜ਼ੂਰੀ ਵਿੱਚ ਕੀਤੇ ਬਿਨਾਂ ਉਸ ਦਾ ਪੂਰਾ ਲਾਭ ਨਹੀਂ ਹੁੰਦਾ। ਐਮਨਾਬਾਦ ਵਿੱਚ ਦੂਸਰਾ ਸਬਕ ਆਪਨੇ ਇਹ ਸਿਖਾਇਆ ਕਿ ਸਰੀਰ ਸੰਸਾਰ ਵਿੱਚ ਹੈ ਤੇ ਕਿਸੇ ਮਨੋਕਲਪਨਾ ਨਾਲ ਜਾਂ ਦਰਸ਼ਨ ਵਿਦਿਆ ਦੀ ਵਿਚਾਰ ਮਾਤਰ ਨਾਲ ਸਰੀਰ ਸੰਸਾਰ ਵਿੱਚੋਂ ਉੱਠ ਨਹੀਂ ਜਾਂਦਾ, ਤਾਂ ਤੇ ਮਨ ਨੂੰ ਸਾਧਦੇ ਹੋਏ ਸਰੀਰ ਨੂੰ ਧਰਮ ਦੀ ਕਿਰਤ ਵਿੱਚ ਕਿਰਿਆਮਾਨ ਰੱਖੋ। ਇਸ ਦੀ ਪਾਲਣਾ ਕਰੋ, ਪਰ ਧਰਮ ਕਿਰਤ ਦੀ ਕਮਾਈ ਨਾਲ ਕਰੋ। ਹਰ ਕੰਮ, ਹਰ ਕਮਾਮ, ਕਿੱਲੀ ਘੜਨ ਤੋਂ ਪਾਤਸ਼ਾਹੀ ਤੱਕ ਧਰਮ ਦੀ ਕਿਰਤ ਹੈ ਜੋ ਧਰਮ ਨਾਲ ਕੀਤੀ ਜਾਵੇ ਤੇ ਧਰਮ ਕਿਰਤ ਤਾਂ ਸੁਹਾਗਵੰਤੀ ਹੈ ਜੇ ਨਾਮ ਦਾ ਨਿਵਾਸ ਹਿਰਦੇ ਵਿੱਚ ਹੋਵੇ। ਇਹ ਚੋਟੀ ਦੇ ਚਾਨਣ ਮੁਨਾਰੇ ਆਪਣੀ ਧਰਤੀ ਵਿੱਚ ਖੜੇ ਕਰਕੇ ਦਾਤਾ ਜੀ ਇੱਥੋਂ ਟੁਰ ਪਏ।